हेलो स्टूडेंट्स, वेलकम टू हिस्ट्री क्लास। साडा क्वेश्चन चल रहा सी नेपोलियन बोनापार्ट दे महत्वपूर्ण सुधारां दा वर्णन करो। पिछली क्लासां विच असी नेपोलियन दे जीवन अते 1799 ईस्वी तो 1804 ईस्वी तक उसदे कौंसल के रूप में सुधारां की चर्चा शुरू की सी। इन्हां सुधारां विच असी पिछली क्लास विच प्रशासनिक अते विधि सुधार की चर्चा कर चुके हाँ। अज की क्लास विच उस तो अगे नेपोलियन के कोड तो संबंधित सुधारां तो शुरू करांगे। शुरू करते हाँ नेपोलियन के कोड। प्रथम कौंसल के रूप में नेपोलियन का मुख्य सुधार फ्रांस के लिए 5 कानूनी ग्रंथ तैयार करना सी। इन्हां विचों सिविल कोड, जिसनों कि नेपोलियन कोड भी कहा जाता है, सब तो ज़्यादा प्रसिद्ध है। नेपोलियन नूं अपनी इस सफलता ते बड़ा मान सी। उसने एक बार ये शब्द कहे सन कि मेरा असली मान 40 युद्धां नूं जितण विच नहीं है, वो तां सिविल कोड विच है। ये मेरी एक अजिही सफलता है जो सदा ही अमर रहेगी। फ्रांस की राज क्रांति तो पहला देश विच अनेक तरह के कानून प्रचलित सन, जिन्हां दे कारण जनता नूं अनेक कठिनाइयां पेश आंदियां सन। डायरेक्टरी ने कानून संबंधी इस अव्यवस्था नूं दूर करन दे लई कुछ उपयोगी कदम चुके सन, परंतु उन्हां नूं ये कारज पूरा करन दा मान प्राप्त नहीं होया। नेपोलियन ने पहला कौंसल बनते ही देश के 4 प्रमुख कानून विधां दी एक कमेटी 1800 ईस्वी दे विच नियुक्त की अते उसनूं 6 महीने दे अंदर कानूनां नूं संहिताबद्ध यानी इकट्ठा करन दा आदेश दिता। उसने इस कमेटी की 87 बैठकां विचों 35 बैठकां विच खुद भी भाग लिया सी। उसकी इन्हां कोशिशों के सिट्टे वजों सिविल कोड या नेपोलियन कोड तैयार होया, जिसनूं 1804 ईस्वी विच लागू कर दिता गया। नेपोलियन के इस कोड विच नागरिक अधिकारां, विआह, तलाक अते विरासत आदि विषयां तो संबंधित कानूनां दा वर्णन सी। इसके अंतर्गत फ्रांस के कानूनां दे सामने नागरिकां नूं समानता दी गई, उन्हां नूं धार्मिक सुतंत्रता प्राप्त हुई अते अपनी इच्छा के अनुसार व्यवसाय करने का अधिकार भी मिलिया। इस तरह देश विच एक नवी कानून व्यवस्था की शुरुआत हुई। हुण बच्चों के लिए पिता अते पत्नी के लिए पति का आदेश मनना जरूरी हो गया। परिवार की एकता नूं बना के रखने के लिए तलाक की विधि नूं सख्त कर दिता गया। परिवार के मुखिया नूं परिवार की संपत्ति का मालिक मनिया गया
ਉਹ ਆਪਣੀ ਸੰਪत्ति ਦਾ ਕਿਸੇ ਵੀ ਢੰਗ ਨਾਲ ਬंटवारा ਕਰ ਸਕਦਾ ਸੀ। ਇਹ ਸਾਰਾ ਨੈਪੋਲੀਅਨ ਦਾ ਸਿਵਲ ਕੋਡ ਸੀ, ਜਾਂ ਉਸ ਦਾ ਪਹਿਲਾ ਕੋਡ ਵੀ ਕਹਿ ਸਕਦੇ ਹਾਂ। ਨੈਪੋਲੀਅਨ ਦਾ ਦੂਜਾ ਕੋਡ ਕਾਰਜਵਿਧੀ ਸੰਬੰਧੀ ਕੋਡ ਸੀ। ਇਸ ਵਿੱਚ ਦੀਵਾਨੀ ਮੁਕੱਦਮਿਆਂ ਨੂੰ ਆਪਸੀ ਸਮਝੌਤਿਆਂ ਦੁਆਰਾ ਹੱਲ ਕਰਨ 'ਤੇ ਜ਼ੋਰ ਦਿੱਤਾ ਗਿਆ ਸੀ। ਨੈਪੋਲੀਅਨ ਦਾ ਤੀਜਾ ਕੋਡ ਫੌਜਦਾਰੀ ਕਾਰਜਵਿਧੀ ਸੰਬੰਧੀ ਕੋਡ ਸੀ। ਇਸ ਵਿੱਚ ਫੌਜਦਾਰੀ ਮੁਕੱਦਮਿਆਂ ਤੋਂ ਸੰਬੰਧਿਤ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਸੀ। ਉਸ ਦਾ ਚੌਥਾ ਕੋਡ ਵਪਾਰਿਕ ਕੋਡ ਸੀ। ਇਹ ਵਪਾਰਿਕ ਨਿਯਮਾਂ ਤੋਂ ਸੰਬੰਧਿਤ ਸੀ। ਨੈਪੋਲੀਅਨ ਦਾ ਪੰਜਵਾਂ ਕੋਡ ਸਜ਼ਾ ਕੋਡ ਸੀ। ਇਸ ਵਿੱਚ ਅਪਰਾਧੀਆਂ ਨੂੰ ਦਿੱਤੀ ਜਾਣ ਵਾਲੀ ਵੱਖ-ਵੱਖ ਸਜ਼ਾਵਾਂ ਦਾ ਵਰਣਨ ਕੀਤਾ ਗਿਆ ਸੀ। ਇਸ ਵਿੱਚ ਜਿਊਰੀ ਪ੍ਰਥਾ ਦਾ ਸਮਰਥਨ ਵੀ ਕੀਤਾ ਗਿਆ ਹੈ। ਨੈਪੋਲੀਅਨ ਲੋਕਾਂ ਨੂੰ ਸਸਤਾ ਨਿਆਂ ਦੇਣ ਦੇ ਪੱਖ ਵਿੱਚ ਸੀ। ਸਟੂਡੈਂਟਸ, ਇਹਦੇ ਵਿੱਚ ਇੱਕ ਸ਼ਬਦ ਆਇਆ ਹੈ ਜਿਊਰੀ ਪ੍ਰਥਾ। ਉਹਦਾ ਅਰਥ ਵੀ ਦੱਸਦਾ। ਜਿਊਰੀ ਪ੍ਰਥਾ ਦਾ ਅਰਥ ਹੁੰਦਾ ਹੈ ਅਦਾਲਤ ਵਿੱਚ ਜੱਜ ਦੇ ਸਾਹਮਣੇ ਸਮਾਜ ਦੇ ਕੁਝ ਪ੍ਰਤਿਸ਼ਠਿਤ ਵਿਅਕਤੀ ਬਹਿੰਦੇ ਹਨ। ਇਹਨਾਂ ਦੀ ਸੰਖਿਆ 10, 12, 15 ਜਾਂ 20 ਤੱਕ ਹੋ ਸਕਦੀ ਹੈ। ਇਹਨਾਂ ਸਾਰੇ ਪ੍ਰਤਿਸ਼ਠਿਤ ਵਿਅਕਤੀਆਂ ਨੂੰ ਸਾਂਝੇ ਰੂਪ ਨਾਲ ਜਿਊਰੀ ਕਿਹਾ ਜਾਂਦਾ ਹੈ। ਜਦੋਂ ਕਿਸੇ ਮੁਕੱਦਮੇ ਦਾ ਫੈਸਲਾ ਸੁਣਾਇਆ ਜਾਂਦਾ ਹੈ ਤੇ ਇਹ ਜਿਊਰੀ ਦੇ ਜਿਹੜੇ ਮੈਂਬਰ ਹਨ ਉਹ ਫੈਸਲਾ ਸੁਣਾਉਂਦੇ ਹਨ। ਜੱਜ ਕੇਵਲ ਮੁਕੱਦਮੇ ਦੀ ਸੁਣਵਾਈ ਜਾਂ ਹੋਰ ਦੂਜੇ ਕੰਮ ਕਰਵਾਉਂਦਾ ਹੈ। ਫੈਸਲਾ ਜਿਹੜਾ ਹੈ ਉਹ ਜਿਊਰੀ ਦੇ ਮੈਂਬਰ ਹੀ ਦਿੰਦੇ ਹਨ। ਇਹਨੂੰ ਕਹਿੰਦੇ ਹਨ ਜਿਊਰੀ ਪ੍ਰਥਾ। ਨੈਪੋਲੀਅਨ ਬੋਨਾਪਾਰਟ ਦਾ ਅਗਲਾ ਸੁਧਾਰ ਹੈ ਨਿਆਂ ਸੰਬੰਧੀ ਸੁਧਾਰ। ਨੈਪੋਲੀਅਨ ਨੇ ਦੇਸ਼ ਦੀ ਨਿਆਂ ਪ੍ਰਣਾਲੀ ਵਿੱਚ ਸੁਧਾਰ ਕਰਨ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ। ਉਸਨੇ 18 ਮਾਰਚ 1800 ਈਸਵੀ ਦੇ ਦਿਨ ਇੱਕ ਕਾਨੂੰਨ ਪਾਸ ਕੀਤਾ ਜਿਸ ਵਿੱਚ ਅਨੇਕ ਫੈਸਲੇ ਲਏ ਗਏ। ਜਿਵੇਂ ਪਹਿਲਾ, ਹਰ ਜ਼ਿਲ੍ਹੇ ਵਿੱਚ ਇੱਕ ਦੀਵਾਨੀ ਅਦਾਲਤ ਦੀ ਸਥਾਪਨਾ ਹੋਈ। ਦੂਜਾ ਫੈਸਲਾ, 2 ਜਾਂ 3 ਪ੍ਰਾਂਤਾਂ ਦੇ ਲਈ ਕੋਰਟ ਆਫ ਅਪੀਲ ਸਥਾਪਿਤ ਕੀਤਾ ਗਿਆ। ਤੀਜਾ, ਹਰ ਪ੍ਰਾਂਤ ਵਿੱਚ ਇੱਕ ਫੌਜਦਾਰੀ ਅਦਾਲਤ ਦੀ ਵਿਵਸਥਾ ਕੀਤੀ ਗਈ। ਇੱਕ ਸਰਵੋੱਚ ਨਿਆਂਲय ਜਾਂ ਸੁਪਰੀਮ ਕੋਰਟ ਵੀ ਸਥਾਪਿਤ ਹੋਇਆ। ਸਥਾਨਿਕ ਨਿਆਂ ਅਧਿਕਾਰੀਆਂ ਅਤੇ ਸਰਵੋੱਚ ਅਦਾਲਤ ਦੇ ਜੱਜਾਂ ਨੂੰ ਛੱਡ ਕੇ ਬਾਕੀ ਸਾਰੀ ਨਿਯੁਕਤੀ ਖੁਦ ਨੈਪੋਲੀਅਨ ਨੇ ਕੀਤੀ। ਅਗਲਾ ਫੈਸਲਾ, ਹਰ ਅਦਾਲਤ ਦੇ ਨਾਲ ਇੱਕ ਸਰਕਾਰੀ ਕਮਿਸ਼ਨਰ ਵੀ ਨਿਯੁਕਤ ਕੀਤਾ ਗਿਆ ਜਿਸ ਦਾ ਕੰਮ ਮੁਕੱਦਮੇ ਵਿੱਚ ਸਰਕਾਰ ਦੇ ਪੱਖ ਨੂੰ ਪ੍ਰਸਤੁਤ ਕਰਨਾ ਸੀ। ਮਜ਼ੇ ਦੀ ਗੱਲ ਇਹ ਸੀ ਕਿ ਨਿਆਂ ਦੇ ਖੇਤਰ ਵਿੱਚ ਇਸਤਰੀਆਂ ਨੂੰ ਪੁਰਸ਼ ਦੇ ਸਮਾਨ ਅਧਿਕਾਰ ਅਤੇ ਸੁਵਿਧਾਵਾਂ ਪ੍ਰਾਪਤ ਨਹੀਂ ਸਨ ਜਾਂ ਉਹਨਾਂ ਨੂੰ ਸੁਵਿਧਾਵਾਂ ਨਹੀਂ ਦਿੱਤੀਆਂ ਗਈਆਂ ਸਨ। ਇਸ ਤੋਂ ਇਲਾਵਾ ਸਜ਼ਾ ਆਦਿ ਵੀ ਬਹੁਤ ਕਠੋਰ ਰੱਖੀਆਂ ਗਈਆਂ ਸਨ। ਨੈਪੋਲੀਅਨ ਦਾ ਅਗਲਾ ਸੁਧਾਰ ਹੈ ਸਿੱਖਿਆ ਸੰਬੰਧੀ ਸੁਧਾਰ। ਫਰਾਂਸ ਦੀ ਰਾਜ ਕ੍ਰਾਂਤੀ ਦੇ ਦੌਰਾਨ ਪ੍ਰਚਲਿਤ ਸਿੱਖਿਆ ਪ੍ਰਣਾਲੀ ਅਸਤ ਵਿਅਸਤ ਹੋ ਗਈ ਸੀ। ਰਾਸ਼ਟਰੀ ਸਭਾ ਅਤੇ ਰਾਸ਼ਟਰੀ ਸੰਮੇਲਨ ਦੇ ਮੈਂਬਰ ਜਨ ਸਧਾਰਨ ਨੂੰ ਸਿੱਖਿਆ ਦੇਣ ਦੇ ਪੱਖ ਵਿੱਚ ਸਨ। ਪਰੰਤੂ ਉਹਨਾਂ ਨੇ ਇਸ ਦਿਸ਼ਾ ਵਿੱਚ ਕੋਈ ਮਜ਼ਬੂਤ ਕਦਮ ਨਹੀਂ ਚੁੱਕਿਆ ਸੀ। ਦੇਸ਼ ਦੇ ਵੱਡੇ ਵੱਡੇ ਨਗਰਾਂ ਵਿੱਚ ਲਗਭਗ 100 ਸੈਂਟਰਲ ਸਕੂਲ ਜ਼ਰੂਰ ਸਥਾਪਿਤ ਹੋਏ ਸਨ। ਸਿੱਖਿਆ ਦੇ ਸੰਬੰਧ ਵਿੱਚ ਨੈਪੋਲੀਅਨ ਦੇ ਕੁਝ ਵਿਚਾਰ ਨਿਸ਼ਚਿਤ ਵਿਚਾਰ ਸਨ। ਜਿਵੇਂ
ਉਹ ਸਿੱਖਿਆ ਦੇਣ ਦਾ ਕੰਮ ਚਰਚ ਨੂੰ ਸੌਂਪਣ ਦੇ ਵਿਰੁੱਧ ਸੀ। ਉਹ ਇਸ ਖੇਤਰ ਵਿੱਚ ਸਰਕਾਰੀ ਨਿਯੰਤਰਣ ਨੂੰ ਮਜ਼ਬੂਤ ਬਣਾਉਣਾ ਚਾਹੁੰਦਾ ਸੀ। ਉਹ ਸਿੱਖਿਆ ਦਾ ਮੁੱਖ ਉਦੇਸ਼ ਯੁਵਕਾਂ ਨੂੰ ਰਾਜ ਸੇਵਾ ਦੇ ਲਈ ਤਿਆਰ ਕਰਨਾ ਅਤੇ ਯੁਵਤੀਆਂ ਨੂੰ ਆਪਣੇ ਕਰਤੱਵ ਨੂੰ ਨਿਭਾਉਂਦੇ ਹੋਏ ਅਤੇ ਆਗਿਆਕਾਰੀ ਪਤਨੀ ਬਣਾਉਣਾ ਸੀ। ਉਸ ਦਾ ਇਹ ਵੀ ਵਿਸ਼ਵਾਸ ਸੀ ਕਿ ਸਕੂਲਾਂ ਵਿੱਚ ਧਾਰਮਿਕ ਅਤੇ ਸੈਨਿਕ ਸਿੱਖਿਆ ਦਾ ਉਚਿਤ ਜਾਂ ਠੀਕ ਸਥਾਨ ਹੋਣਾ ਚਾਹੀਦਾ ਹੈ। ਉਹ ਸਿੱਖਿਆ ਨੂੰ ਰਾਸ਼ਟਰ ਦੀ ਉન્નਤੀ ਦੇ ਲਈ ਜ਼ਰੂਰੀ ਮੰਨਦਾ ਸੀ। ਅਜਿਹੀ ਸਥਿਤੀ ਵਿੱਚ ਆਪਣੇ ਇਹਨਾਂ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਨੈਪੋਲੀਅਨ ਨੇ ਸਿੱਖਿਆ ਦੇ ਖੇਤਰ ਵਿੱਚ ਅਨੇਕ ਸੁਧਾਰ ਕੀਤੇ, ਜਿਵੇਂ ਪ੍ਰਤੇਕ ਕਮਿਊਨ ਵਿੱਚ ਪ੍ਰਾਇਮਰੀ ਸਿੱਖਿਆ ਕੇਂਦਰ ਦੀ ਸਥਾਪਨਾ ਕੀਤੀ ਗਈ। ਇਹਨਾਂ ਨੂੰ ਪ੍ਰੀਫੈਕਟ ਅਤੇ ਉਪ ਪ੍ਰੀਫੈਕਟ ਦੇ ਅਧੀਨ ਰੱਖਿਆ ਗਿਆ। ਉਸਨੇ ਅਧਿਆਤਮਿਕ ਅਤੇ ਗ੍ਰਾਮਰ ਸਕੂਲਾਂ ਦੀ ਸਥਾਪਨਾ ਕੀਤੀ। ਇਸੇ ਤਰ੍ਹਾਂ ਸਾਰੇ ਪ੍ਰਸਿੱਧ ਸ਼ਹਿਰਾਂ ਵਿੱਚ ਲੈਸੀ ਨਾਂ ਦੇ ਹਾਈ ਸਕੂਲ ਖੋਲ੍ਹੇ ਗਏ। ਇਹਨਾਂ ਸਕੂਲਾਂ ਨੂੰ ਸਰਕਾਰੀ ਨਿਯੰਤਰਣ ਦੇ ਅਧੀਨ ਰੱਖਿਆ ਗਿਆ। ਇਸ ਦੇ ਨਾਲ ਹੀ ਸੈਕੰਡਰੀ ਸਕੂਲਾਂ ਨੂੰ ਪੁਨਰਗਠਿਤ ਕੀਤਾ ਗਿਆ। ਇਸ ਤੋਂ ਇਲਾਵਾ ਸੈਨਿਕਾਂ ਦੀ ਸਿਖਲਾਈ ਦੇ ਲਈ ਸੈਨਿਕ ਸਕੂਲ ਦੀ ਸਥਾਪਨਾ ਵੀ ਕੀਤੀ ਗਈ। ਉਦਯੋਗਿਕ ਅਤੇ ਪ੍ਰਸ਼ਾਸਨਿਕ ਸਿੱਖਿਆ ਦੇ ਲਈ ਵਿਸ਼ੇਸ਼ ਸਕੂਲ ਸਥਾਪਿਤ ਕੀਤੇ ਗਏ। ਇਸੇ ਤਰ੍ਹਾਂ ਅਧਿਆਪਕਾਂ ਦੀ ਸਿਖਲਾਈ ਦੇ ਲਈ ਵੀ ਨਾਰਮਲ ਸਕੂਲ ਸਥਾਪਿਤ ਹੋਏ। ਉੱਚ ਸਿੱਖਿਆ ਦੇ ਉਦੇਸ਼ ਨਾਲ ਨੈਪੋਲੀਅਨ ਨੇ 1808 ਈਸਵੀ ਵਿੱਚ ਪੈਰਿਸ ਵਿੱਚ ਇੰਪੀਰੀਅਲ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਅਤੇ ਗਰੀਬ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਵਿਸ਼ੇਸ਼ ਛਾਤਰਵ੍ਰਿਤੀਆਂ ਜਾਂ ਸਕੋਲਰਸ਼ਿਪਸ ਦਿੱਤੀਆਂ ਗਈਆਂ। ਇਸ ਤਰ੍ਹਾਂ ਨੈਪੋਲੀਅਨ ਨੇ ਸਿੱਖਿਆ ਦੇ ਖੇਤਰ ਵਿੱਚ ਅਨੇਕ ਮਹੱਤਵਪੂਰਨ ਸੁਧਾਰ ਕੀਤੇ ਸਨ। ਸਟੂਡੈਂਟਸ, ਅੱਜ ਦੀ ਕਲਾਸ ਵਿੱਚ ਇੰਨਾ ਹੀ। ਅਗਲੀ ਕਲਾਸ ਵਿੱਚ ਐਸੇ ਪ੍ਰਸ਼ਨ ਨੂੰ ਅਸੀਂ ਅੱਗੇ ਜਾਰੀ ਰੱਖਾਂਗੇ ਤੇ ਨੈਪੋਲੀਅਨ ਦੇ ਧਾਰਮਿਕ ਸੁਧਾਰਾਂ ਦੀ ਚਰਚਾ ਕਰਾਂਗੇ। ਉਦੋਂ ਤੱਕ ਦੇ ਲਈ ਬਹੁਤ ਬਹੁਤ ਧੰਨਵਾਦ ਅਤੇ ਆਪਣੇ ਨੋਟਸ ਜ਼ਰੂਰ ਬਣਾਉਂਦੇ ਰਹੋ।